ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਅੰਦਰ ਸ਼ਬਦਾਂ ਦੇ ਸਿਰਲੇਖਾਂ, ਬਾਣੀਆਂ ਦੇ ਸਿਰਲੇਖਾਂ 'ਤੇ ਲਫ਼ਜ਼ ਮਹਿਲ ਮਮਾ ਹਾਹਾ ਲੱਲਾ ਮੁਕਤਾ, ਫਿਰ ਮਹਿਲ ਮਮਾ ਹਾਹਾ ਲੱਲਾ ਔਂਕੜ ਵਾਲਾ, ਫਿਰ ਮਮਾ ਹਾਹਾ ਲੱਲਾ ਕੰਨਾ ਮਹਿਲਾ। ਇਹ ਸ਼ਬਦ ਬਾਰ ਬਾਰ ਆਉਂਦਾ ਹੈ। ਇਸ ਦਾ ਉਚਾਰਨ ਕੀ ਹੈ, ਇਸ ਸੰਬੰਧੀ ਜਿਹੜੀ ਵਿਚਾਰ ਇਸ ਤਰ੍ਹਾਂ ਹੈ। ਇੱਕ ਦੋ ਥਾਂ 'ਤੇ ਉਲੰਘਣ ਤੋਂ ਬਿਨਾਂ ਕਿਤੇ ਵੀ ਇਹਨਾਂ ਸ਼ਬਦਾਂ ਦਾ ਉਚਾਰਨ ਮਹੱਲ ਮੰਮਾ ਹਾਹੇ ਉੱਪਰ ਅਧਿਕ ਜਾਂ ਮੰਮਾ ਹਾਹਾ ਅਧਿਕ ਲੱਲਾ ਕੰਨਾ ਮਹੱਲਾ ਨਹੀਂ ਹੈ। ਸੋ ਜਦੋਂ ਇਹ ਮਹੱਲਾ ਸ਼ਬਦ ਗੁਰੂ ਵਿਅਕਤੀਆਂ ਸੰਬੰਧੀ ਆਵੇ, ਜਿਵੇਂ ਗੋੜੀ ਮਹਿਲਾ ਪਹਿਲਾ, ਆਸਾ ਮਹਿਲਾ ਪਹਿਲਾ ਆਦਿ, ਤਦੋਂ ਇਸ ਦਾ ਉਚਾਰਨ ਉਚੇਚੇ ਤੌਰ 'ਤੇ ਮਹੱਲਾ ਕਰਨਾ ਅਸ਼ੁੱਧ ਹੈ। ਇਹ ਗੱਲ ਹੋਰ ਵੀ ਵਧੀਕ ਸਾਫ਼ ਹੋ ਜਾਂਦੀ ਹੈ ਜਦੋਂ ਅਸੀਂ ਇਸ ਸ਼ਬਦ ਦੇ ਅਰਥਾਂ ਨੂੰ ਵਿਚਾਰਦੇ ਹਾਂ। ਸ਼ਬਦ ਮਹਿਲਾ ਸੰਸਕ੍ਰਿਤ ਮਹਿਲਾ ਦਾ ਰੂਪ ਦੱਸ ਕੇ ਇਸ ਦਾ ਅਰਥ ਇਸਤਰੀ ਕਰਨਾ ਉੱਕਾ ਹੀ ਨਿਰਮੂਲ ਹੈ, ਕਿਉਂਕਿ ਕਈ ਥਾਈਂ ਸਪਸ਼ਟ ਤੌਰ 'ਤੇ ਇਸ ਦੇ ਨਾਲ ਪਹਿਲਾ, ਦੂਜਾ, ਤੀਜਾ ਆਦਿਕ ਸ਼ਬਦ ਗੁਰਬਾਣੀ ਵਿੱਚ ਵਰਤੇ ਗਏ ਹਨ। ਅਗਰ ਇਹ ਇਸਤਰੀ ਦਾ ਅਰਥ ਹੁੰਦਾ ਤਾਂ ਫਿਰ ਪਹਿਲਾ, ਦੂਜਾ, ਤੀਜਾ ਦੀ ਥਾਂ ਪਹਿਲੀ, ਦੂਜੀ, ਤੀਜੀ ਹੋਣਾ ਚਾਹੀਦਾ ਸੀ। ਇਸ ਲਈ ਇਹ ਮਹਿਲਾ ਸ਼ਬਦ ਸੰਸਕ੍ਰਿਤ ਦਾ ਮਹਿਲਾ ਇਸਤਰੀ ਸਮਝ ਕੇ ਇਸ ਦੇ ਅਰਥ ਇਸਤਰੀ ਕਰਨਾ ਇਹ ਬਿਲਕੁਲ ਹੀ ਬੇਥਵੀ ਗੱਲ ਹੈ, ਬੇਮਤਲਬ ਗੱਲ ਹੈ। ਇਹ ਜਿਹੜੇ ਲਫ਼ਜ਼ ਹਨ ਪਹਿਲਾ, ਦੂਜਾ, ਤੀਜਾ, ਇਹ ਪੁਲਿੰਗ ਲਫ਼ਜ਼ ਹਨ ਅਤੇ ਇਹ ਮਹਿਲਾ ਦੇ ਨਾਲ ਨਹੀਂ ਲੱਗ ਸਕਦੇ, ਇਹ ਪੁਲਿੰਗ ਨਾਲ ਹੀ ਲੱਗ ਸਕਦੇ ਹਨ। ਦ੍ਰਿਸ਼ਟਾਂਤ ਦੇ ਤੌਰ 'ਤੇ ਵੇਖੋ ਪੰਨਾ 582 ਬੀੜ 1403 ਪੰਨੇ ਵਾਲੀ ਵੜ ਹੰਸ ਮਹਿਲਾ ਤੀਜਾ। ਤੀਜਾ ਅਸੀਂ ਪੜ੍ਹਦੇ ਹਾਂ, ਲਿਖਿਆ 3 ਹੈ, ਪਰ 3 ਗਿਣਤੀ ਨੂੰ ਅਸੀਂ ਤੀਜਾ ਪੜ੍ਹਨ ਦੀ ਮਰਿਆਦਾ ਹੈ। ਪਰ ਇਸ ਸਿਰਲੇਖ ਉੱਪਰ ਮਹਿਲਾ 3 ਲਿਖ ਕੇ ਅੱਗੇ ਫਿਰ ਤੀਜਾ ਤੱਤਾ ਵਿਆਰੀ ਜੱਜਾ ਕੰਨਾ ਤੀਜਾ ਵੀ ਲਿਖਿਆ ਹੋਇਆ। ਮਤਲਬ ਇਸ਼ਾਰਾ ਦਿੱਤਾ ਗਿਆ ਹੈ ਕਿ ਇੱਥੇ ਗਿਣਤੀ ਦੇ ਤੌਰ ਗਿਣਤੀ ਨਹੀਂ ਪੜ੍ਹਨੀ, 3 ਨੂੰ ਤੀਜਾ, 2 ਨੂੰ ਦੂਜਾ, 4 ਨੂੰ ਚੌਥਾ, ਇਸ ਤਰ੍ਹਾਂ ਕਰਕੇ ਪੜ੍ਹਨਾ ਹੈ। ਇਹ ਇਸ਼ਾਰਾ ਵੀ ਦਿੱਤਾ ਹੈ। ਤੱਤਾ ਵਿਆਰੀ ਜੱਜਾ ਕੰਨਾ ਤੀਜਾ ਲਿਖਿਆ ਹੈ, ਜਿਹੜਾ ਵੀ ਕਿ ਲਫ਼ਜ਼ ਪੁਲਿੰਗ ਹੈ। ਜੇ ਮਹਿਲਾ ਇਸਤਰੀ ਵਾਚਕ ਹੁੰਦਾ ਤਾਂ ਪਹਿਲਾ, ਦੂਜਾ, ਤੀਜਾ ਦੀ ਥਾਂ ਸ਼ਬਦ ਪਹਿਲੀ, ਦੂਜੀ, ਤੀਜੀ ਹੀ ਹੋਣਾ ਸੀ। ਅਤੇ ਇੱਥੇ ਵੀ ਗੁਰੂ ਸਾਹਿਬ ਨੇ 3 ਦੀ ਜਗ੍ਹਾ 3 ਦੇ ਅੱਗੇ ਜਿਹੜਾ ਤੱਤਾ ਵਿਆਰੀ ਜੱਜਾ ਕੰਨਾ ਤੀਜਾ ਲਿਖਿਆ ਹੈ, ਇਹ ਜੱਜਾ ਵਿਆਰੀ ਨਾਲ ਤੀਜੀ ਲਿਖਿਆ ਹੋਣਾ ਸੀ, ਜੱਜਾ ਕੰਨਾ ਨਹੀਂ ਸੀ ਲਿਖਿਆ ਹੋਣਾ। ਤੋ ਪਹਿਲੀ ਜਿਹੜੀ ਇਹ ਚੁੰਚਰ ਹੈ ਕਿ ਇਹ ਸੰਸਕ੍ਰਿਤ ਦਾ ਲਫ਼ਜ਼ ਮਹਿਲਾ, ਇਹ ਬਿਲਕੁਲ ਗਲਤ ਸਾਬਤ ਹੋ ਗਈ। ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਇਹਦੇ ਹਵਾਲੇ ਨਾਲ ਸਾਬਤ ਹੋ ਜਾਂਦੀ ਹੈ। ਸੀਤਾ ਇਸਤਰੀ ਵਾਚਕ ਸ਼ਬਦ ਹੈ ਅਤੇ ਗੰਡਾ ਪੁਲਿੰਗ ਵਾਚਕ ਲਫ਼ਜ਼ ਹੈ। ਗੰਡਾ ਹੋ ਗਿਆ, ਸੰਤਾ ਹੋ ਗਿਆ, ਇਹ ਪੁਲਿੰਗ ਵਾਚਕ ਲਫ਼ਜ਼ ਹੈ। ਅਸੀਂ ਸੀਤਾ ਦਾ ਪੁੱਤਰ ਬੋਲਾਂਗੇ ਕਿਉਂਕਿ ਪੁੱਤਰ ਪੁਲਿੰਗ ਹੈ। ਸੀਤਾ ਦਾ ਪੁੱਤਰ ਆਖਣਾ ਸ਼ੁੱਧ ਹੈ, ਪਰ ਗੰਡਾ ਦਾ ਪੁੱਤਰ ਇਹ ਆਖਣਾ ਸ਼ੁੱਧ ਨਹੀਂ ਹੈ, ਇਹ ਅਸ਼ੁੱਧ ਹੈ। ਜਦੋਂ ਗੰਡਾ ਜਾਂ ਸੰਤਾ ਅੱਗੇ ਕੰਨਾ ਲਫ਼ਜ਼ ਹੋਵੇ ਅਤੇ ਇਹਦੇ ਅੱਗੇ ਜਦੋਂ ਅਸੀਂ ਸੰਬੰਧਕੀ ਪਦ ਲਾ ਕੇ ਕੋਈ ਕਿਰਿਆ ਲਾਉਂਦੇ ਹਾਂ ਜਾਂ ਮੁੜ ਕੇ ਅੱਗੇ ਨਾਮ ਲਫ਼ਜ਼ ਲਾਉਂਦੇ ਹਾਂ ਅਤੇ ਇਹ ਸੰਤਾ ਜਾਂ ਗੰਡਾ ਦੀ ਥਾਂ ਗੰਦੇ ਜਾਂ ਸੰਤੇ ਹੋ ਜਾਂਦਾ ਹੈ। ਜਿਸ ਤਰ੍ਹਾਂ ਇਹਦਾ ਸ਼ੁੱਧ ਹੋਵੇਗਾ ਗੰਡੇ ਦਾ ਪੁੱਤਰ, ਗੰਡਾ ਦਾ ਪੁੱਤਰ ਸ਼ੁੱਧ ਪਾਠ ਨਹੀਂ ਹੈ, ਸ਼ੁੱਧ ਨਹੀਂ ਹੈ। ਇਹ ਗੰਡੇ ਦਾ ਪੁੱਤਰ ਸ਼ੁੱਧ ਹੈ। ਇਸੇ ਤਰ੍ਹਾਂ ਕਮਲਾ ਦੀ ਪੁਸਤਕ, ਕਮਲਾ ਵੀ ਇਸਤਰੀ ਲਿੰਗ ਹੈ, ਪੁਸਤਰੀ ਪੁਸਤਕ ਵੀ ਇਸਤਰੀ ਲਿੰਗ ਹੈ, ਅਤੇ ਕਮਲਾ ਦੀ ਪੁਸਤਕ ਅਤੇ ਬਿਮਲਾ ਦਾ ਪਿਤਾ। ਹੁਣ ਪਿਤਾ ਅੱਗੇ ਪੁਲਿੰਗ ਹੈ, ਇੱਥੇ ਬਿਮਲਾ ਦਾ ਪਿਤਾ, ਇਹ ਉਚਾਰਨ ਠੀਕ ਹੋਏਗਾ। ਹੁਣ ਝੰਡੇ ਦੀ ਹੱਟੀ, ਰੰਬੇ ਦਾ ਦਸਤਾ, ਇਹਨਾਂ ਉਦਾਹਰਣਾਂ ਤੋਂ ਇਹ ਨਿਯਮ ਨਿਕਲਦਾ ਹੈ ਕਿ ਜੋ ਅਕਾਰਾਤ ਕੰਨਾ ਅੰਤ ਕੋਈ ਸ਼ਬਦ ਆਉਂਦਾ ਹੈ, ਪੁਲਿੰਗ ਸ਼ਬਦ ਦੇ ਨਾਲ ਦਾ, ਦੇ, ਦੀ ਆਦਿਕ ਸੰਬੰਧਕ ਵਰਤੇ ਜਾਣ ਦਾ ਅਖੀਰਲਾ ਕੰਨੇ ਦੀ ਲਾਂ ਬਣ ਗਈ ਹੈ। ਯਾਨੀ ਜਦੋਂ ਇਹਦੇ ਅੱਗੇ ਕੋਈ ਸੰਬੰਧਕੀ ਪਦ ਆਉਂਦਾ, ਅਕਾਰਾਂਤ ਜਦੋਂ ਕੋਈ ਸ਼ਬਦ ਕੰਨੇ ਨਾਲ ਮੁੱਕਦਾ ਹੈ ਅਤੇ ਉਹਦੇ ਅੱਗੇ ਅਗਰ ਸੰਬੰਧਕੀ ਪਦ ਲਿਖਿਆ ਹੁੰਦਾ ਹੈ ਜਾਂ ਅਰਥ ਕਰਦੇ ਲਗਾਉਣ ਦੀ ਲੋੜ ਪੈਂਦੀ ਹੈ ਤਾਂ ਇਹ ਜਿਹੜਾ
ਕੰਨਾ ਹੈ ਮੁਕਤਾ, ਜਿਸ ਤਰ੍ਹਾਂ ਗੰਡਾ ਅਤੇ ਸੰਤਾ ਦੇ ਅੱਗੇ ਕੰਨਾ ਹੈ, ਇਹ ਕੰਨੇ ਦੀ ਥਾਂ ਲਾਮ ਬਣ ਜਾਂਦੀ ਹੈ। ਤੇ ਫਿਰ ਅਸੀਂ ਆਖਾਂਗੇ ਗੰਡੇ ਦਾ ਪੁੱਤਰ, ਸੰਤੇ ਦੀ ਭੈਣ, ਸੰਤਾ ਦੀ ਭੈਣ, ਜਾਂ ਗੰਡਾ ਦਾ ਪੁੱਤਰ ਨਹੀਂ ਆਖਾਂਗੇ, ਗੰਡੇ ਦਾ ਪੁੱਤਰ, ਸੰਤੇ ਦੀ ਭੈਣ, ਇਸ ਤਰ੍ਹਾਂ ਬੋਲਾਂਗੇ ਅਸੀਂ। ਉੱਥੇ ਕੰਨੇ ਦੀ ਥਾਂ ਉਹ ਲਾਮ ਬਣ ਜਾਂਦੀ ਹੈ। ਤੋ ਇਹ ਨਿਯਮ ਵੀ ਸਾਡੇ ਸਾਹਮਣੇ ਆਇਆ। ਸ਼ਬਦ ਮਹਿਲ, ਮੰਮਾ ਹਾ ਲੱਲਾ ਮੁਕਤਾ ਅਤੇ ਮਹਿਲਾ ਦੇ ਅਰਥ ਅਨੁਸਾਰ ਪ੍ਰਮਾਣਾਂ ਦੀ ਵੰਡ 4 ਹਿੱਸਿਆਂ ਵਿੱਚ ਕੀਤੀ ਜਾ ਸਕਦੀ ਹੈ। ਮਹਿਲ ਅਗਰ ਇਸਤਰੀ ਲਈਏ ਤੇ ਇੱਥੇ ਮਹਿਲ ਕੁਚਜੀ ਮੜਵੜੀ ਕਾਲੀ ਮਨੂ ਕੁਸੁਧ, ਜੇ ਗੁਣ ਹੋਮਣ ਤਾਂ ਪਿਰ ਰਵੈ ਨਾਨਕ ਅਵਗੁਣ ਮੁੰਦ। ਸ਼ਲੋਕ ਮਹਿਲਾ ਪਹਿਲਾ। ਇਹਦੇ ਵਿੱਚ ਮਹਿਲ ਜਿਹੜਾ ਹੈ ਇਹ ਇਸਤਰੀ ਲਈ ਵਰਤਿਆ ਗਿਆ ਹੈ, ਤੇ ਉਹਦੇ ਅੱਗੇ ਕਿਰਿਆ ਜਿਹੜੀ ਹੈ ਉਹਦੀ ਜਿਹੜਾ ਵਿਸ਼ੇਸ਼ਣ ਹੈ ਕੁਚਜੀ, ਇਹ ਵੀ ਤੁਸੀਂ ਦੇਖੋ ਇਸਤਰੀ ਲਿੰਗੀ ਹੈ। ਕਾਲੀ, ਮਹਿਲ ਪੁਲਿੰਗ ਹੁੰਦਾ ਤੇ ਕਾਲਾ ਹੋਣਾ ਸੀ, ਇੱਥੇ ਮਹਿਲ ਇਸਤਰੀ ਲਿੰਗ ਹੈ। ਇਹਦੇ ਨਾਲ ਤੁਸੀਂ ਦੇਖੋ ਉਹਦੇ ਵਿਸ਼ੇਸ਼ਣ ਸਾਰੇ ਜਿਹੜੇ ਨੇ ਇਹ ਵੀ ਇਸਤਰੀ ਲਿੰਗ ਹੀ ਲੱਗੇ ਨੇ। ਮਹਿਲ ਦਾ ਅਰਥ ਘਰ ਵੀ ਹੈ, ਟਿਕਾਣਾ, ਨਿਵਾਸ ਸਥਾਨ। ਖੋਜਿਤ ਦੁਆਰੇ ਆਇਆ, ਤਾਂ ਨਾਨਕ ਜੋਗੀ ਮਹਿਲ ਘਰ ਪਾਇਆ, ਮਹੱਲ ਘਰ ਪਾਇਆ। ਇੱਥੇ ਅਸੀਂ ਇਸਨੂੰ ਮਹੱਲ ਪੜ੍ਹੀਏ, ਮਹੱਲ ਘਰ ਪਾਇਆ, ਤੇ ਇਹ ਫਿਰ ਵੀ ਜੱਚਦਾ ਹੈ, ਕਿਉਂਕਿ ਇੱਥੇ ਮਹੱਲ ਤੋਂ ਮਤਲਬ ਹੈ ਘਰ। ਅਸੀਂ ਜਿਹੜੇ ਉੱਚੇ ਘਰ ਚੁਬਾਰੇ ਹੁੰਦੇ ਸਨ ਉਹਨਾਂ ਨੂੰ ਵੀ ਮਹੱਲ ਕਹਿੰਦੇ ਸਾਂ, ਰਾਜਿਆਂ ਦੇ ਮਹੱਲ, ਤੇ ਉੱਥੋਂ ਮਹੱਲ ਕਹਿੰਦੇ ਸਾਂ। ਇੱਥੇ ਇਸ ਨੂੰ ਮਹਿਲ ਦੀ ਥਾਂ ਮਹੱਲ ਬੋਲੀਏ ਤੇ ਜਚੇਗਾ। ਡਿੱਗੈ ਨਾ ਡੋਲੈ ਕਤਹੁ ਨਾ ਜਾਵੈ, ਗੁਰੂ ਪ੍ਰਸਾਦ ਕੋ ਇਹ ਮਹਿਲ ਪਾਵੈ। ਹੁਣ ਇੱਥੇ ਵੀ ਮਹਿਲ ਦਾ ਅਰਥ ਅਸੀਂ ਮਕਾਨ ਲੈਂਦੇ ਹਾਂ। ਹੁਣ ਮੰਮਾ ਹਾ ਲੱਲਾ ਅਤੇ ਮੰਮਾ ਹਾ ਲੱਲਾ ਕੰਨਾ ਮਹਿਲ, ਵੱਡੀਆਂ ਇਮਾਰਤਾਂ, ਪੱਕੇ ਘਰਾਂ ਲਈ। ਜਿਵੇਂ ਕਿਤੈ ਦੇਸ਼ਨਾ ਆਇਆ ਸੁਣਿਆ, ਤੀਰਥ ਉਪਾਸਨਾ ਬੈਠਾ, ਦਾਤਾ ਦਾਨ ਕਰੈ ਤਹਾਂ ਨਾਹੀਂ, ਮਹਿਲ ਉਸਾਰਨਾ ਬੈਠਾ। ਇੱਥੇ ਵੀ ਮਹਿਲ ਨੂੰ ਅਸੀਂ ਮਹੱਲ ਉਸਾਰਨਾ ਬੈਠਾ ਅਗਰ ਪੜ੍ਹੀਏ ਤੇ ਇਹ ਉਚਾਰਨ ਜੈਸੇ ਜਾਂਦਾ ਹੈ। ਲੇਕਿਨ ਜਿੱਥੇ ਗੁਰੂ ਵਿਅਕਤੀਆਂ ਲਈ ਲਫ਼ਜ਼ ਮਹਿਲ ਜਾਂ ਮਹਿਲਾ ਆਇਆ ਹੈ, ਉੱਥੇ ਮਹੱਲ ਲਫ਼ਜ਼ ਜਿਹਦਾ ਅਰਥ ਬਿਲਡਿੰਗ ਜਾਂ ਇਮਾਰਤ ਹੋਵੇ ਉਹ ਵੀ ਨਹੀਂ ਜੱਚਦਾ। ਘਰ ਮੰਦਰ ਮਹਲ ਕਹਾਂ, ਜਿਉ ਬਾਜੀ ਦੀਵਾਨ, ਨਾਨਕ ਸੱਚੇ ਨਾਮਿਨ ਝੂਠਾ ਆਵਣ ਜਾਨ, ਆਪੇ ਚਤੁਰ ਸਰੂਪ ਹੈ ਆਪੇ ਜਾਨ ਸੁਜਾਨ। ਰਾਮਕਲੀ ਮਹਿਲਾ ਪਹਿਲਾ ਦੱਖਣੀ ਓਂਕਾਰ ਦੇ ਵਿੱਚ। ਇੱਥੇ ਵੀ ਗੜ ਮੰਦਰ ਮਹੱਲਾ ਕਹਾਂ, ਜਿਉ ਬਾਜੀ ਦੀਵਾਨ, ਇੱਥੇ ਵੀ ਮਹੱਲਾਂ ਦਾ ਅਰਥ ਜਿਹੜਾ ਹੈ ਇਹ ਬਿਲਡਿੰਗ ਵਾਲਾ, ਇਮਾਰਤ ਵਾਲਾ ਹੈ। ਮਹਿਲਾ ਕਾਇਆ ਸਰੀਰ ਲਈ, ਜਿੱਥੇ ਮਹਿਲਾ ਕਾਇਆ ਸਰੀਰ ਲਈ ਆਇਆ ਹੈ। ਗੁਰ ਮਹਿਲੀ ਕਰ ਆਪਣੇ ਸੋ ਭਰਪੁਰ ਲੀਨਾ, ਗੁਰ ਮਹਿਲੀ ਕਰ ਆਪਣੇ ਸੋ ਭਰਪੁਰ ਲੀਨਾ, ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਨਾ। ਸ਼ਬਦ ਪਤੀਜ ਅਮੁਕ ਪੀਜੈ, ਸੋ ਮਹਿਲ ਮਹਿਲਾਂ ਅੰਤਰੇ, ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰਤਰੇ, ਨਿਰੰਤਰੇ, ਅੰਤ ਨਿਰੰਤਰੇ। ਇਹ ਸੂਈ ਛੰਦ ਮਹਿਲਾ ਪਹਿਲਾ ਕਰ ਚੌਥਾ। ਇੱਥੇ ਜਿਹੜਾ ਮਹਿਲ ਲਫ਼ਜ਼ ਆਇਆ ਹੈ ਇਹ ਸਰੀਰ ਕਾਇਆ ਲਈ ਆਇਆ। ਕੰਚਨ ਦੇਹੀ ਸ਼ਬਦ ਪਧਾਰੋ, ਅਨੰਦਨ ਭੋਗ ਭੋਗ ਹਰਿ ਸਿਉ ਪਿਆਰੋ, ਮਹਿਲਾ ਅੰਦਰ ਗੈਰ ਮਹਿਲ ਪਾਏ ਭਾਣਾ ਬੁਝ ਸੁਮਾਹਾ ਹੈ। ਇੱਥੇ ਵੀ ਮਹਿਲਾ ਦੇ ਅਰਥ ਜਿਹੜੇ ਨੇ ਇਹ ਨਾ ਇਸਤਰੀ ਨੇ, ਨਾ ਬਿਲਡਿੰਗ ਜਾਂ ਇਮਾਰਤ ਵਾਸਤੇ ਲਫ਼ਜ਼ ਵਰਤਿਆ ਗਿਆ ਹੈ, ਇਹ ਵੀ ਕਾਇਆ ਸਰੀਰ ਲਈ ਵਰਤਿਆ ਗਿਆ ਹੈ। ਇਸ ਸੰਬੰਧ ਵਿੱਚ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਇਹ ਲਫ਼ਜ਼ ਜਿਹੜਾ ਗੁਰਬਾਣੀ ਵਿੱਚ ਆਇਆ, ਜਿਸ ਨੂੰ ਧਨਾਸਰੀ ਮਹਿਲਾ ਪਹਿਲਾ ਜਾਂ ਦੂਜਾ ਜਾਂ ਤੀਜਾ, ਜਾਂ ਅਸੀਂ ਵਿਆਗੜਾ ਰਾਗ ਦੇ ਨਾਲ ਅੱਗੇ ਮਹਿਲਾ ਪੰਜਵਾਂ ਚੌਥਾ ਸ੍ਰੀ ਰਾਗ ਨਾਲ, ਇਹ ਸਾਰੇ ਜਿਹੜੇ ਲਫ਼ਜ਼ ਨੇ ਇਹਨਾਂ ਨੂੰ ਇਸ ਤਰ੍ਹਾਂ ਪੜ੍ਹਨਾ ਹੈ ਜਿਸ ਤਰ੍ਹਾਂ ਅਸੀਂ ਸਹਿਲਾ ਪੜ੍ਹਦੇ ਹਾਂ, ਪਹਿਲਾ ਪੜ੍ਹਦੇ ਹਾਂ, ਗਹਿਲਾ ਪੜ੍ਹਦੇ ਹਾਂ। ਇਹਨਾਂ ਦਾ ਉਚਾਰਨ ਇਸ ਤਰ੍ਹਾਂ ਵਾਜਿਬ ਹੈ। ਮਹਿਲਾ ਪਹਿਲਾ, ਮਹਿਲਾ ਦੂਜਾ, ਮਹਿਲਾ ਤੀਜਾ, ਭਾਵ ਗੁਰੂ ਨਾਨਕ ਸਾਹਿਬ ਦਾ ਦੂਜੀ ਕਾਇਆ ਜਿਸ ਵਿੱਚ ਗੁਰੂ ਸਾਹਿਬ ਨੇ ਆਪਣੀ ਜੋਤ ਟਿਕਾਈ, ਗੁਰੂ ਅੰਗਦ ਦੇਵ ਜੀ। ਮਹਿਲਾ ਤੀਜਾ ਦਾ ਅਰਥ ਹੋਇਆ ਗੁਰੂ ਨਾਨਕ ਦੇਵ ਜੀ ਦਾ ਤੀਜਾ ਸਰੂਪ ਗੁਰੂ ਅਮਰਦਾਸ ਜੀ, ਕਿਉਂਕਿ
बाकी गुरु साहिबान जिन्होंने 5 गुरुओं ने होर ने बाणी उच्चारण की, उन्होंने शब्दों के आखिर में अपने नाम नहीं वरते। सिरलेख भी जोड़े ने सिरलेखों में महला दूजा तीजा चौथा पंजवां नौवां के जरिए इशारे दिते गए हैं कि ये शब्द किहड़े गुरु पातशाह जी का उच्चारण किया होया है। पर शब्द के आखिर ते गुरु साहब ने नानक पद ही वरते हैं, अपने नाम नहीं वरते हैं। इसलिए ये जड़ा उच्चारण है, इसनों महला या महल करना ये ठीक नहीं है। उहदे नाल अर्थ इमारत वाले बिल्डिंग वाले निकल सकते हैं। जो असीं महला अर्थ करांगे तो इसका अर्थ संस्कृत की इस्त्री वाला नहीं लेना, बल्कि इसका अर्थ काया लेना है, जो गुरबाणी विचों असीं व्याख्या लभनी है, बाहरली बोली चों नहीं लभनी। गुरबाणी विच आए शब्दों नूं उन्हां दे गुरबाणी विचों दृष्टांत लभीए तो वो सही अर्थ बनते हैं। किसी बाहरली डिक्शनरी या बाहरले किसी होर इतिहास नाल असीं जोड़ के वो अर्थ गुरबाणी दे नहीं लै सकते। सो महला पहला दा अर्थ है गुरु नानक पहला व्यक्ति। महला दूजा का अर्थ है गुरु नानक दूजी व्यक्ति भाव गुरु अंगद देव जी। महला तीजा का अर्थ है गुरु नानक तीजा व्यक्ति तीजी काया भाव गुरु अमरदास जी। ये गल सत्य बुलावन की वार विचों होर भी विधि खुल जाती है जदों वो लिखते हैं कि जोत तो सब गुरु महलों में गुरु नानक वाली है, केवल काया ही पलटी है। लैने दी फेराई है नानका दोही खट्टी है, जोत ओहा जुगत साए से काया फिर पलटी है। सिर्फ काया ही बदली है, जोत जुगती आत्मक अवस्था वो ही रही है गुरु नानक साहब वाली सारे गुरुओं में। भाई गुरदास जी भी वारां विच यही ख्याल प्रगट करते हैं। भाई गुरदास जी अर्जुन काया पलट कै मूर्त हरगोबिंद सवारी, अर्जुन काया पलट कै मूर्त हरगोबिंद सवारी, के गुरु अर्जन देव जी ने सिर्फ काया ही बदली, भाव काया गुरु हरगोबिंद साहब की आ गई, पर जोत जुगत उही गुरु नानक साहब वाली जी गुरु अर्जन देव जी तक पहुंची सी, वही गुरु हरगोबिंद साहब भी चली गई। गुरबाणी में शब्दों के सिरलेखां में निरा लफज महला ही नहीं वरत्या गया, सगों दो थावां ते लफज महल ममा हा लला औंकड़ भी आया है। जिमें श्री राग महल पहला, श्री राग महल पहला, ये पन्ना 16 ते पन्ना 18 ते ये आए हैं। जे शब्द महला का उच्चारण महला हुंदा तां महल लला औंकड़ नूं भी हा दे उपर अधिक आखना पेगा। इस तरह लफज महला महला ते महल दो वक्खो वखरे अर्थों वाले हो गए। सो ये उच्चारण महला ठीक नहीं, महला का शुद्ध उच्चारण महला बिना अधिक ही ठीक है। शब्द महला के उच्चारण संबंधी एक होर व्याकरणिक नियम समझ लेना चाहिए है। वर्तमान पंजाबी के शब्द जोड़ों में हा की वरतों संबंधी एक नियम है कि जदों 3 अखरां का शब्द विच दूसरा अखर हा होवे तो उसका उच्चारण इं हुंदा है जिमें पहले अखर नूं दुलावां लगियां होण, पर लिखित विच उस हा नूं स्यारी ला के लिखिया जाता है, जिमें पहरा खैरा महरा। हुण पहरा दे हाए नूं स्यारी लग के लिखिया जाता है, खैरा दे हाए नूं स्यारी लग के लिखिया जाता है, महरा दे हाए नूं हाए पिछे स्यारी लग के लिखिया जाता है, पर इसका उच्चारण जिहड़ा है वो लाम वाला हुंदा है। इस तरह के बहुत शब्द साड़ी रोज़ाना बोली और लिखित विच आउंदे हन। पुरानी पंजाबी विच भी इहो नियम वरत्या जाता रहा है, पर इत्थे एक फर्क सी कि जदों 3 अखरां के शब्द का विचकारला अखर हा हुंदा सी अते उसदे पहले अखर की आवाज़ दुलावां वाली हुंदी सी ते हा नूं स्यारी भी नहीं सी लाई जाती अते पहले अखर नूं दुलावां भी नहीं सन लगियां, जिमें सहसा पहरा कहना कहता गहला लहंदा रहता आदि ये शब्द गुरबाणी में आए हैं। हुण सहसा दे इत्थे ना सस्से पिछे ते ना हाहे पिछे कोई स्यारी या नाम है। पहरा दे भी पप्पा हा रारा सब मुक्ते हैं। कहना कहता गहला ये सब मुक्ते अखर हैं। तो इन्हां दा उच्चारण असी सहसा पहारा कहना इस तरह दबा के अधिक लगा के नहीं करते। जिस तरह इन्हों के असी उच्चारण जोड़े हाँ सहसा पहरा कहना कहता गहला लहंदा रहता करते हाँ, इस तरह ही महला महल यही सही उच्चारण जोड़ा है इस महला का बनता है। बाकी विचार फिर करांगे। वाहिगुरू जी का खालसा वाहिगुरू जी की फतेह।